ਤੁਸੀਂ ਆ ਕੇ ਤੂੰ ਗੱਲੇ ਤੇ ਤੂੰ ਮੈਨੂੰ ਕਹਿ ਰਿਹਾ ਵੀ ਤੇ ਕੀ ਮੈਂ ਸੌਦਾ ਹਾਂ ਤਾਂ ਫਿਰ ਮੈਂ ਜਵਾਬ ਜਦੋਂ ਤੂੰ ਮੈਨੂੰ ਦੱਲਾ ਬਣਾਤਾ ਤਾਂ ਮੈਂ ਤੈਨੂੰ ਪੁੱਛੂੰਗਾ ਵੀ ਤੂੰ ਮੈਨੂੰ ਦਲਾਲ ਕਿਉਂ ਕਹਿਣ ਡਿਆ ਭਾਈ ਮੈਂ ਦੱਸ ਕਿਹੜਾ ਸੌਦਾ ਕਰਾ ਕੇ ਚਲ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ ਤੁਸੀਂ ਸਭ ਆਖੋ ਵੀ ਜਾਣਦੇ ਹੋ ਕਿ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦੇ ਪ੍ਰਚਾਰ ਪ੍ਰਸਾਰ ਨੂੰ ਲੈ ਕੇ ਅਤੇ ਉਹਨਾਂ ਦੇ ਸਮਰਥਕਾਂ ਦੇ ਪੁੱਠੇ ਸਿੱਧੇ ਕੰਮਾਂ ਨੂੰ ਲੈ ਕੇ ਕੌਮ ਵਿੱਚ ਬਹੁਤ ਵਿਵਾਦ ਆਏ ਦਿਨ ਤੁਰਿਆ ਹੀ ਰਹਿੰਦਾ ਹੈ ਤੇ ਜੇਕਰ ਸਿੱਖ ਬੁੱਧੀਜੀਵੀ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇਹ ਫਰਮਾਨ ਜਾਰੀ ਕੀਤਾ ਜਾਂਦਾ ਹੈ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਨੂੰ ਕਿ ਬੁੱਧੀਜੀਵੀਆਂ ਦੇ ਨਾਲ ਬੈਠ ਕੇ ਜੋ ਵੀ ਸ਼ੰਕੇ ਹੈ ਨੇ ਉਹ ਦੂਰ ਕੀਤੇ ਜਾਣ ਤਾਂ ਵੀ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਆਪਣਾ ਪੱਲਾ ਨਹੀਂ ਫੜਾਉਂਦੇ, ਜਿਸ ਦੇ ਚੱਲਦਿਆਂ ਹੁਣ ਲਗਾਤਾਰ ਉਹ ਮਨਮਤ ਜਾਰੀ ਜਾ ਰਹੇ ਨੇ। ਆਓ ਤੁਹਾਨੂੰ ਵਿਖਾਉਂਦੇ ਹਾਂ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦੇ ਇੱਕ ਸਮਰਥਕ ਦੇ ਨਾਲ ਜਦੋਂ ਇੱਕ ਸਿੰਘ ਨੇ ਗੱਲਬਾਤ ਕੀਤੀ ਇੱਕ ਪੋਸਟ ਨੂੰ ਲੈ ਕੇ ਤਾਂ ਕਿੱਦਾਂ ਦੇ ਉਹਨਾਂ ਦੇ ਲਹਿਜ਼ੇ ਸਨ ਅਤੇ ਕੀ ਉਹਨਾਂ ਦਾ ਅੰਦਾਜ਼ ਸੀ, ਤੁਸੀਂ ਆਪ ਸੁਣੋ। ਮੈਨੂੰ ਪੋਸਟ ਬਾਰੇ ਦੱਸਿਓ ਕਿਹਨੇ ਪਾਈ? ਕਿਹੜੀ ਪੋਸਟ ਮੈਂ ਤਾਂ ਕਮੈਂਟ ਤੇਰੇ ਪੋਸਟ ਦੇ ਆ ਕੇ ਕੀਤਾ ਤੇ ਮੈਂ ਕਿਹਾ ਸੀ ਵੀ ਜੇ ਰਣਜੀਤ ਸਿੰਘ ਦੀ ਤੁਸੀਂ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿਚਾਰ ਦੇ ਨਾਲ ਰੂਹ ਖਿੜ ਜਾਂਦੀ ਆ ਤੇ 20 ਮਿੰਟ ਦੀ ਵਿਚਾਰ ਪਾ ਦਿਓ ਕੱਲੀ ਫੀਲਿੰਗ ਦੇ ਨਾਲ ਤਾਂ ਮੇਰੀ ਪੋਸਟ ਤੇ ਤਾਂ ਲਿਖਿਆ ਨਹੀਂ ਇਹ ਗੱਲ ਤਾਂ ਬਾਬਿਓ ਮੈਂ ਸਕਰੀਨਸ਼ਾਟ ਭੇਜ ਦਿੰਦਾ ਤੈਨੂੰ 1 ਮਿੰਟ ਰੁਕ ਲੈ ਇਦਾਂ ਮੈਂ ਸਕਰੀਨਸ਼ਾਟ ਭੇਜ ਦਿੰਦਾ। ਮੇਰੀ ਪਹਿਲਾਂ ਗੱਲ ਸੁਣ, ਸਕਰੀਨਸ਼ਾਟਾਂ ਵਾਲੇ ਕੰਮ ਚੱਕਰ 'ਚ ਨਾ ਪੈ। ਜਿਹੜੀ ਪੋਸਟ ਮੇਰੀ ਲਿਖੀ ਹੋਈ ਸੀ ਉਹਦੇ ਤੇ ਤਾਂ ਭਾਈ ਸਾਹਿਬ ਦਾ ਜ਼ਿਕਰ ਹੀ ਨਹੀਂ, ਜਥੇਦਾਰ ਲਈ ਲਿਖਿਆ ਹੋਇਆ ਸੀ। ਤੇ ਵੀਰੇ ਇਹ ਹੱਕ ਤੈਨੂੰ ਥੋੜੀ ਵੀ ਤੂੰ ਜਿਹਦੇ ਮਰਜ਼ੀ ਮੈਂ ਲਿਖ ਦਵੇਂ, ਜੇ ਤੇ ਮੇਰਾ ਦਿਲ ਕੀਤਾ ਮੈਂ ਉੱਤੇ ਕਰਤਾ। ਉਹ ਤਾਂ ਤੇ ਜੇ ਤੂੰ ਆਪਣੀ ਗੱਲ ਰੱਖਣ ਦੀ ਫਰੀडम ਤੈਨੂੰ ਆ, ਮੈਨੂੰ ਆਪਣੀ ਰੱਖਣ ਦੀ ਆ। ਨਹੀਂ ਗੱਲ ਤਾਂ ਤੁਸੀਂ ਰੱਖੋ, ਪਰ ਤੁਸੀਂ ਪਤਾ ਕੀ ਹੈ ਜਦੋਂ ਤੁਹਾਡਾ ਕਮੈਂਟ ਆਇਆ ਮੈਂ ਤੇਰੀ ਪੋਸਟ ਤੇ ਗਿਆ, ਤੇਰੀ ਪ੍ਰੋਫਾਈਲ ਚੈੱਕ ਕਰੀ, ਉੱਥੇ ਭਾਈ ਸਾਹਿਬ ਲਈ ਤੇਰੀ ਪਹਿਲਾਂ ਹੀ ਦੂਜੀ ਜਾਂ ਤੀਜੀ ਪੋਸਟ ਦੇ ਉੱਤੇ ਉਹ ਨਾਲ ਕੁੜੀ ਜੀ ਖੜਾ ਕੇ ਕੀ ਕੋ ਲਿਖਿਆ ਹੋਇਆ। ਤੇ ਏਦਾਂ ਕਰ ਲੈ ਮੇਰਾ ਵੀਰ, ਏਦਾਂ ਖੁੱਲ ਜਾਣਾ ਇੰਟਰਨੈਟ, ਇੰਨਾ ਤਾਂ ਆਪਣਾ ਫਾਸਟ ਚੱਲਦਾ ਜੇ ਤੂੰ ਸਕਰੀਨਸ਼ਾਟ ਪਾ ਦੇ ਜਿਹੜੀ ਕੁੜੀ ਦੀ ਮੈਂ ਰਣਜੀਤ ਸਿੰਘ ਨਾਲ ਫੋਟੋ ਪਾਈ ਹੋਵੇ ਤੇ ਮੈਂ ਗੱਲ ਕਰ ਲੈਣਾ, ਹੁਣੇ ਪਾ ਦੇ ਮੇਰਾ ਵੀਰ। ਪ੍ਰੋਫਾਈਲ ਚੈੱਕ ਕਰ ਲੈ, ਤੇਰੀ ਪ੍ਰੋਫਾਈਲ ਤੇ ਹੀ ਪਈ। ਮੈਂ ਵੀਰੇ ਸਾਰੀ ਪ੍ਰੋਫਾਈਲ ਮੈਂ ਦੇਖ, ਮੈਨੂੰ ਆਪਣੀ ਪ੍ਰੋਫਾਈਲ ਬਾਰੇ ਤੇ ਪਤਾ ਹੀ ਆ ਰਾਈਟ। ਮੈਂ ਹੁਣ ਤੈਨੂੰ ਇਹ ਕਹਿ ਸਕਦਾ ਇਸ ਗੱਲ ਦੇ ਜਵਾਬ ਦੇ ਵਿੱਚ ਵੀ ਜੇ ਤੈਨੂੰ ਲੱਗਦਾ ਮੈਂ ਕੋਈ ਪੋਸਟ ਇਦਾਂ ਦੀ ਪਾਈ ਆ ਤਾਂ ਤੂੰ ਉਹਦਾ ਸਕਰੀਨਸ਼ਾਟ ਲੈ ਕੇ ਭੇਜ ਦੇ ਮੇਰਾ ਵੀਰ। ਮੈਂ ਤੈਨੂੰ ਬਲੌਕ ਕਰਤਾ ਨਾ ਹੁਣ। ਤਾਂ ਅਨਬਲੌਕ ਵੀਰੇ, ਅਨਬਲੌਕ ਮਿੰਟ ਦੀ ਮਿੰਟ ਕਰ ਲਾ, ਅਨਬਲੌਕ ਕਰਨ ਨੂੰ ਕਿਹੜਾ ਟਾਈਮ ਲੱਗਦਾ। ਨਹੀਂ ਮੈਨੂੰ ਉਹ ਦੋ ਤੁਸੀਂ ਆਪਦਾ ਕੀ ਦਵਾਂ ਉਹ ਤੇ ਮੈਨੂੰ ਆਪਦਾ ਸਕਰੀਨਸ਼ਾਟ ਭੇਜ ਦੋ, ਮੈਂ ਦੂਜੀ ਆਈਡੀ ਤੇ ਖੋਲ ਲੈਣਾ ਆਪਦੀ ਕੈਲਪੁਰ ਵਾਲੀ ਤੇ। ਕੀ ਕਰਾਂ ਮੈਂ? ਤੁਹਾਡਾ ਨਾਮ ਕੀ ਭਰਿਆ ਹੋਇਆ ਆਈਡੀ? ਮਲਕੀਤ ਸਿੰਘ। ਮਲਕੀਤ ਸਿੰਘ ਓਏ ਜਵਾਕ ਜਿਹਦੀ ਫੋਟੋ ਲਾਈ ਆ ਨਾ। ਜਵਾਕ ਹੈ ਵੀਰੇ, ਜਵਾਕ ਜਿਹਾ ਨਹੀਂ ਹੈਗਾ, ਜਵਾਕ ਆ। ਹੁਣ ਦੇਖ ਆਹ ਹੀ ਚੀਜ਼ ਤਾਂ ਤੁਹਾਡੀ ਮਾੜੀ ਆ। ਹੁਣ ਇਹਦੇ ਚ ਮੈਂ ਕਿਹੜੀ ਮਾੜੀ ਗੱਲ ਕਹੀ ਆ? ਜਵਾਕ ਮੈਂ ਉਹਦਾ ਜਵਾਬ ਦੇ ਕੇ ਉਹਦੇ ਜਵਾਬ ਚ ਮੈਂ ਕਿਹੜੀ ਮਾੜੀ ਗੱਲ ਕਹੀ ਆ ਮੈਨੂੰ ਦੱਸ ਦੇ। ਮੈਂ ਜਿਹੜੀ ਮਾੜੀ ਗੱਲ ਕਹੀ ਆ, ਤੂੰ ਕਹ ਜਵਾਕ ਜਿਹਾ, ਮੈਂ ਕਹਿੰਦੀ ਵੀਰੇ ਜਵਾਕ ਆ। ਜੇ ਮੈਂ ਕੋਈ ਗਲਤ ਗੱਲ ਕਹੀ ਤਾਂ ਮੈਨੂੰ ਦੱਸ ਦੇ। ਮਤਲਬ ਮਾੜੀ ਗੱਲ ਆ, ਪਰ ਜੇ ਜਵਾਕ ਕਹਿਤਾ ਤਾਂ ਉਹਦੇ ਵਿੱਚ ਜੇ ਮੈਂ ਕਹਿਤਾ ਵੀ ਜਵਾਕ ਆ ਤਾਂ ਉਹਦੇ ਵਿੱਚ ਮੈਂ ਕੀ ਮਾੜੀ ਗੱਲ ਕਹਿਤੀ? ਨਹੀਂ ਪਰ ਤੁਸੀਂ ਗੱਲ ਇਉਂ ਫੜ ਦੇਗਾ ਤੇ ਉਹਨੇ ਮੈਂ ਨਹੀਂ ਗੱਲ ਫੜਨ ਦੀ ਹੈ ਹੀ ਨਹੀਂ। ਮੈਂ ਉਹਨੂੰ ਤੈਨੂੰ ਦੇਖ ਜੇ ਜੋ ਮੈਨੂੰ ਲੱਗਾ ਮੈਂ ਤੈਨੂੰ ਉਹ ਦੱਸਦਾ, ਜੋ ਤੈਨੂੰ ਲੱਗਾ ਤੂੰ ਉਹ ਦੱਸਦਾ। ਜਿਹਦੇ ਲਈ ਤੂੰ ਆਜ਼ਾਦ ਆ ਤਾਂ ਉਹਦੇ ਲਈ ਮੈਂ ਵੀ ਆਜ਼ਾਦ ਆ। ਨਾ ਤੂੰ ਮਾੜਾ ਵਚਨ ਬੋਲਿਆ ਨਾ ਮੈਂ ਬੋਲਿਆ। ਮੈਨੂੰ ਇੱਕ ਗੱਲ ਦਾ ਜਵਾਬ ਦਿਓ ਵੀ ਜਿਵੇਂ ਤੁਹਾਡੇ ਬੰਦੇ ਗਾਲਾਂ ਕੱਢਦੇ ਆ ਜਾਂ ਜਿਵੇਂ ਤੂੰ ਗਾਲਾਂ ਦੀ ਤੂੰ ਮੇਰੇ ਇੱਕ ਕਮੈਂਟ ਤੇ ਤੂੰ ਮੈਨੂੰ ਦੱਲਾ ਬਣਾਤਾ ਤੇ ਉਹ ਬੰਦਾ ਮੈਨੂੰ ਗਾਲਾਂ ਦੀ ਗੱਲ ਕਰੇ। ਤੁਸੀਂ ਆ ਕੇ ਤੂੰ ਗੱਲੇ ਤੇ ਤੂੰ ਮੈਨੂੰ ਕਹਿ ਰਿਹਾ ਵੀ ਤੇਰੀ ਮਾਂ ਭੈਣ ਦਾ ਕੀ ਮੈਂ ਸੌਦਾ। ਹਾਂ ਤਾਂ ਫਿਰ ਮੈਂ ਜਵਾਬ ਜਦੋਂ ਤੂੰ ਮੈਨੂੰ ਦੱਲਾ ਬਣਾਤਾ ਤਾਂ ਮੈਂ ਤੈਨੂੰ ਪੁੱਛੂੰਗਾ ਵੀ ਤੂੰ ਮੈਨੂੰ ਦਲਾਲ ਕਿਉਂ ਕਹਿਣ ਡਿਆ ਭਾਈ ਮੈਂ ਦੱਸ ਕਿਹੜਾ ਸੌਦਾ ਕਰਾ ਕੇ ਚਲ ਗਿਆ। ਮੈਂ ਤੈਨੂੰ ਜੇ ਉੱਥੇ ਪਹਿਲਾਂ ਮੈਂ ਕੋਈ ਗਲਤ ਲੈਂਗੁਏਜ ਯੂਜ਼ ਕੀਤੀ ਆ ਤਾਂ ਤੂੰ ਮੈਨੂੰ ਕਹਿ ਸਕਦਾ ਹਾਂ ਵੀ ਤੂੰ ਆਹ ਗਲਤ ਲੈਂਗੁਏਜ ਯੂਜ਼ ਕੀਤੀ, ਮੈਨੂੰ ਦੱਸ ਦੇ ਮੈਂ ਕੀ ਕਮੈਂਟ ਦੇ ਵਿੱਚ ਇਦਾਂ ਦੀ ਗੰਦਗੀ ਲਿਖੀ ਸੀ। ਪਤਾ ਵੀਰ ਕੀ ਸੋਚਿਆ ਹੋਇਆ, ਅਸੀਂ ਤੁਹਾਨੂੰ ਸਿੱਖ ਨਹੀਂ ਮੰਨਦੇ ਤੁਹਾਡਾ ਤੇ ਮੈਂ ਵੀਰੇ ਤੁਹਾਨੂੰ ਨਹੀਂ ਮੰਨਦਾ। ਤੁਹਾਨੂੰ ਤੁਸੀਂ ਕਿਹੜੀ ਇਦਾਂ ਦੀ ਮੋਹਰ ਲਈ ਬੈਠੇ ਵੀ ਤੁਸੀਂ ਜੋ ਕਹੋਗੇ ਉਹੀ ਮੰਨਿਆ ਜਾਣਾ। ਤੁਸੀਂ ਜਿਹਨੂੰ ਮਰਜ਼ੀ ਕਹਿ ਦੋਗੇ ਅਸੀਂ ਸਿੱਖ ਨਹੀਂ ਮੰਨਦੇ ਤਾਂ ਉਹ ਕਹਿੰਦੇ ਵੀ ਅਸੀਂ ਸਿੱਖ ਨਹੀਂ। ਤੁਸੀਂ ਹੱਦ ਕਰੀ ਜਾਂਦਾ ਯਾਰ। ਤੂੰ ਗੱਲ ਕੈਲਪੁਰੀ ਮੇਰੀ ਗੱਲ ਸੁਣ, ਗੱਲ ਇੱਕ ਪਾਸੇ ਸ਼ੁਰੂ ਕਰ। ਪਹਿਲੇ ਨੰਬਰ ਦੇ ਉੱਤੇ ਤਾਂ ਤੂੰ ਮੈਨੂੰ ਇੱਕ ਗੱਲ ਕਹੀ ਵੀ ਮੈਂ ਰਣਜੀਤ ਸਿੰਘ ਦੀ ਗਲਤ ਫੋਟੋ ਪਾਈ। ਮੈਂ ਤੈਨੂੰ ਕਿਹਾ ਵੀਰੇ ਵੀ ਉਹਦਾ ਸਕਰੀਨਸ਼ਾਟ ਪਾ ਦੇ। ਤੂੰ ਗੱਲ ਕੀਤੀ ਵੀ ਕਮੈਂਟ ਗਲਤ ਕੀਤਾ। ਪ੍ਰੋਫਾਈਲ ਮੈਂ ਦੇਖ ਕੇ ਆਇਆ ਵੀਰੇ, ਜੇ ਦੇਖ ਕੇ ਆਇਆ ਤੇ ਤੈਨੂੰ ਮੈਂ ਕਿਹਾ ਵੀ ਅਨਬਲੌਕ ਵੀਰੇ। ਪਰ ਮੈਂ ਜਦੋਂ ਮੈਂ ਕੋਈ ਪੋਸਟ ਪਾਈ ਨਹੀਂ, ਹੁਣ ਤੂੰ ਟੈਗ ਤੇ ਆ ਗਿਆ। ਹੁਣ ਜੇ ਤੈਨੂੰ ਕੋਈ ਟੈਗ ਕਰ ਦਿੰਦਾ ਉਹਦੇ ਵਿੱਚ ਤੇਰਾ ਕਸੂਰ ਹੋਇਆ ਕਿ ਟੈਗ ਕਰਨ ਵਾਲੇ ਦਾ ਕਸੂਰ ਹੋਇਆ? ਮੈਨੂੰ ਟੈਗ ਹੁੰਦੀ ਨਹੀਂ ਕਰਕੇ ਦੇਖ ਲੈ। ਮੈਂ ਟੈਗ ਵਾਲਾ ਉਹ ਬਾਈ ਤੂੰ ਆਪਸ਼ਨ ਬੰਦ ਕੀਤਾ ਹੂੰ, ਮੈਂ ਨਹੀਂ ਕੀਤਾ। ਪਰ ਮੈਂ ਤੈਨੂੰ ਇਹ ਪੁੱਛਦਾ ਵੀ ਟੈਗ ਕਰਨ ਵਾਲਾ ਗਲਤ ਹੋਇਆ ਜਾਂ ਮੈਂ ਗਲਤ ਹੋਇਆ? ਤੁਸੀਂ ਏਕਨੂਰ
ਵਾਲੇ ਬੋਲਦੇ ਹੋ? ਕੌਣ ਬੋਲਦੇ ਹੋ? ਮੈਂ ਮਲਕੀਤ ਸਿੰਘ ਆਪਣੇ ਤੌਰ ਤੇ ਗੱਲ ਕਰ ਰਿਹਾ। ਕਿੱਥੋਂ ਬੋਲਦੇ ਹੋ ਤੁਸੀਂ? ਮੈਂ ਨੰਬਰ ਦੇਖ ਲੈ ਕਿੱਥੋਂ ਦਾ ਆ ਰਿਹਾ ਮੇਰਾ ਵੀਰ। ਨਹੀਂ ਉਹ ਤਾਂ ਬਾਈ ਨੰਬਰ ਤਾਂ ਖਬਰ ਆ ਕਿੱਥੋਂ ਕਿੱਥੋਂ ਦਾ। ਤੂੰ ਫੋਨ ਦੇ ਉੱਤੇ ਸਿੱਧੀ ਕਾਲ ਕਰਕੇ ਦੇਖ ਲੈ ਵੀਰੇ। ਮੈਂ ਤਾਂ ਯਾਰ ਤੈਨੂੰ ਸਿੱਧੀ ਗੱਲ ਤਾਂ ਚੱਲ ਕਾਲ ਤਾਂ ਚਲੋ ਕਰ ਲੂੰਗਾ, ਪਰ ਆਪਾਂ ਤੈਨੂੰ ਇਹ ਗੱਲ ਕਹਿਣੀ ਚਾਹੁੰਦੇ ਜਿੰਨੇ ਵੀ ਫੋਨ ਕਰਦੇ ਆ ਵੀ ਯਾਰ ਤੁਸੀਂ ਆਪਦਾ ਜਿਹੜਾ ਪ੍ਰਚਾਰ ਕਰਨਾ ਕਰੀ ਜਾਓ ਤੁਸੀਂ। ਯਾਰ ਮੈਂ ਤੈਨੂੰ ਕਾਲ, ਤੂੰ ਮੈਨੂੰ ਕਿਹਾ ਵੀ ਮੈਨੂੰ ਕਾਲ ਕਰ ਪਹਿਲੇ ਨੰਬਰ ਦੇ ਉੱਤੇ, ਮੈਂ ਤੂੰ ਇੱਕ ਗੱਲ ਤੈਨੂੰ ਸਿਰਫ ਕਹੀ, ਮੇਰੀ ਗੱਲ ਸੁਣ, ਮੈਂ ਤੈਨੂੰ ਇੱਕ ਗੱਲ ਕਹਿਤੀ ਵੀ ਇੱਦਾਂ ਕਰਕੇ ਮੈਂ ਤੈਨੂੰ ਕਿਹਾ ਵੀ ਰਣਜੀਤ ਸਿੰਘ ਦੀ ਵੀਡੀਓ ਪਾ ਦੇ ਜਿਹਦੇ ਵਿੱਚ 20 ਮਿੰਟ ਗੁਰਬਾਣੀ ਦਾ ਵਿਚਾਰ ਕੀਤੀ ਹੋਵੇ। ਤੂੰ ਮੈਨੂੰ ਸਿੱਧਾ ਕਹਿੰਦਾ ਵੀ ਮੈਂ ਨਹੀਂ ਪਾਉਣੀ। ਦੇਖ ਮੇਰੀ ਗੱਲ ਸੁਣ, ਯਾਰ 2-2 ਘੰਟੇ 4-4 ਘੰਟੇ ਪ੍ਰਚਾਰ ਹੁੰਦਾ ਜੇ ਤੁਹਾਨੂੰ ਨਹੀਂ ਲੱਗਦਾ ਨਹੀਂ ਮੈਂ ਤੈਨੂੰ ਉਹੀ ਗੱਲ, ਮੇਰੀ ਗੱਲ ਸੁਣ, ਜਿਹੜੇ ਲੇਜੇ ਜੋ ਤੂੰ ਮੈਨੂੰ ਹੁਣ ਕਹਿ ਰਿਹਾ, ਤੂੰ ਮੈਨੂੰ ਉੱਥੇ ਕਹਿੰਦਾ ਵੀ ਮੈਂ ਨਹੀਂ ਪਾਉਣੀ, ਜਾ ਭੱਜ ਜਾ ਮੇਰੀ ਆਈਡੀ ਤੋਂ, ਮੈਂ ਕੁਝ ਨਹੀਂ ਕਹਿੰਦਾ ਰਾਈਟ। ਤੂੰ ਆ ਗਿਆ ਪਹਿਲੀ ਗੱਲ ਹੀ ਪਰਿਵਾਰਕ ਬੋਲੀ ਤੇ ਉਤਰਿਆ ਵੀ ਦੱਲਾ। ਹੁਣ ਮੇਰੀ ਗੱਲ, ਹਾਂ ਤੁਸੀਂ ਪੋਸਟ ਤੇ ਤਾਂ ਇੰਨਾ ਕੋ ਲਿਖਦੇ ਹੋ, ਉਸ ਤੋਂ ਬਾਅਦ ਤੂੰ ਯਾਰ ਬਾਬਾ ਜੀ ਹਾਂਜੀ ਕਰੋ ਵਿਚਾਰ। ਮੈਨੂੰ ਦੱਸ ਸਹੀ, ਪੋਸਟ ਦੇ ਉੱਤੇ ਮੈਂ ਪਹਿਲਾ ਕਮੈਂਟ ਗਲਤ ਤੂੰ ਕੀਤਾ ਕਿ ਮੈਂ ਕੀਤਾ? ਮੈਂ ਤੈਨੂੰ ਉਹੀ ਤਾਂ ਬਾਰ-ਬਾਰ ਵੀਰੇ ਪੁੱਛਣ ਡਿਆ। ਕੀ ਕੀਤਾ ਤੂੰ ਮੈਨੂੰ ਦੱਲਾ ਕਿਹਾ, ਉੱਥੇ ਮੈਂ ਕਿਹੜੀ ਦੱਲਿਆਂ ਵਾਲੀ ਗੱਲ ਕੀਤੀ ਕਮੈਂਟ ਦੇ ਵਿੱਚ? ਦੱਸ ਮੈਨੂੰ। ਇਹ ਦੱਲਾਗੀਰੀ ਹੁੰਦੀ ਹੈ, ਤੁਸੀਂ ਕਿਸੇ ਦੀ ਪ੍ਰੋਫਾਈਲ ਤੇ ਜਾ ਕੇ ਆਪਦਾ ਮੈਂ ਕਹਾ ਇਹ ਡੈਫੀਨੇਸ਼ਨ ਕਿੱਥੋਂ ਤਿਆਰ ਕਰੀ ਯਾਰ? ਮੈਂ ਕੋਈ, ਤੂੰ ਮੈਨੂੰ ਮੇਰੀ ਗੱਲ ਸੁਣ, ਜਦੋਂ ਆਪਾਂ ਪੋਸਟ ਪਾਉਣੇ ਆ ਦਲਾਲ ਨਹੀਂ ਹੈਗੇ ਤੇ ਤੂੰ ਦਲਾਲ ਵੀਰੇ, ਮੈਂ ਤੈਨੂੰ ਪੁੱਛਿਆ ਵੀ ਉਹ ਦਲਾਲੀ ਫਿਰ ਮੈਨੂੰ ਘਰ ਤੋਂ ਕਰਵਾ ਲਾ ਸ਼ੁਰੂ, ਜੇ ਫਿਰ ਉਹਨਾਂ ਗੱਲਾਂ ਤੇ ਆਉਣਾ। ਨਹੀਂ ਇਹ ਕੀ ਗੱਲ, ਮਤਲਬ ਘਰ ਤੋਂ ਸ਼ੁਰੂ ਕਰਾ ਲਾ ਇਹਦਾ? ਤੂੰ ਮੇਰੀ ਗੱਲ ਸੁਣ, ਜਿਹੜੀ ਗੱਲ ਤੁਸੀਂ ਕਹਿੰਦੇ ਵੀ ਗੁਰਮਤ ਉਹ ਯਾਰ ਮੇਰੀ ਗੱਲ ਸੁਣ, ਜਿਹੜੀ ਚੀਜ਼ ਤੂੰ ਜਦੋਂ ਤੁਸੀਂ ਇੱਕ ਗੱਲ ਤੇ ਆ ਪਹਿਲੋਂ, ਜਦ ਮੈਂ ਤੈਨੂੰ ਕੋਈ ਗਲਤ ਕਮੈਂਟ ਨਹੀਂ ਸੀ ਕੀਤਾ, ਕੋਈ ਰਫ ਲੈਂਗੁਏਜ ਯੂਜ਼ ਨਹੀਂ ਕੀਤੀ, ਤੇ ਤੂੰ ਦੱਸ ਕੀ ਕੀਤਾ ਸੀ? ਦੱਸ ਦੇ ਕੀ ਕੀਤਾ, ਮੈਂ ਤੈਨੂੰ ਸਕਰੀਨਸ਼ਾਟ ਭੇਜ ਦੇਣਾ, ਦੱਸ ਦੇ ਕੀ ਕੀਤਾ। ਮੈਂ ਮਾਂ ਭੈਣ ਬਾਰੇ ਮੈਂ ਲਿਖਿਆ ਨਹੀਂ, ਮਾਂ ਭੈਣ ਬਾਰੇ ਗਲਤ ਮੈਂ ਲਿਖਿਆ ਸੀ ਜਾਂ ਤੂੰ ਪਹਿਲਾਂ ਲਿਖਿਆ? ਮੇਰਾ ਅੱਛਾ ਏਦਾਂ ਕਰਦੇ ਆਪਾਂ ਕੈਲਕੂਲੇਟ, ਮੇਰਾ ਪਹਿਲਾ ਕਮੈਂਟ ਕਿਹੜਾ ਸੀ? ਤੂੰ ਕਹਿੰਦਾ ਵੀ 4-5 ਮੈਂ ਕੀ ਲਿਖਿਆ ਸੀ? ਮੈਂ ਕਿਹਾ ਵੀ ਫੀਲਿੰਗ ਦੇ ਵਿੱਚ ਕੱਲੀ ਫੀਲਿੰਗ ਲੈ ਲੈਣੀ। ਤਾਈਓ ਮੈਂ ਲਿਖਿਆ ਨਾ ਵੀ ਤੂੰ ਵੀ ਕਿਸੇ ਦੇ ਮਤਲਬ ਤੂੰ ਉਹਦੇ ਤੇ ਲਿਖਿਆ ਵਾ ਵੀ 4-5 ਜਵਾਬ। ਮੈਂ ਇਹ ਗੱਲ ਲਿਖੀ ਸੀ ਵੀ ਫੀਲਿੰਗ ਲੈਣ ਨੂੰ ਤਾਂ ਖੁਸਰੇ 20 ਕ ਲੈ ਸਕਦੇ ਆ ਵੀ ਇੱਦਾਂ ਕਰਕੇ ਸਾਡੇ 5-6 ਜਵਾਕ ਆ, ਪਰ ਗੱਲ ਤੇ ਉਦੋਂ ਹੁੰਦੀ ਜਦੋਂ ਆਮਣੇ ਸਾਹਮਣੇ ਕਿਸੇ ਦੇ ਬਹਿਣਾ। ਰਣਜੀਤ ਸਿੰਘ ਨੇ ਜਦੋਂ ਭਾਈ ਅਮਰੀਕ ਸਿੰਘ ਅਜਨਾਲਾ ਉੱਥੇ ਗਏ ਸੀ ਤੇ ਪਹਿਲੋਂ ਕਹਿੰਦਾ 5-5 ਜੱਥੇ 'ਚ ਬਹਿਣਾ, ਫੇਰ ਕਹਿੰਦਾ ਕੱਲੇ ਨੇ ਬਹਿਣਾ, ਮੁੜ ਕੇ ਬੈਠਾ ਨਹੀਂ। ਹੁਣ ਕਹਿਤਾ ਵੀ ਇੱਦਾਂ ਕਰਕੇ ਆਪਾਂ ਟੀਵੀ ਚੈਨਲ ਤੇ ਬੈਠਾਂਗੇ। ਮੈਂ ਇਹ ਗੱਲ ਕਹੀ ਆ ਵੀ ਜੇ ਬਹਿੰਦਾ, ਮੇਰੀ ਇੱਕ ਗੱਲ ਸੁਣ, ਮੇਰੀ ਪਹਿਲੋਂ ਤੂੰ ਬਾਕੀ ਪੋਸਟਾਂ ਸਾਰੀਆਂ ਪੜ੍ਹ ਲਈਆਂ, ਜਿਹੜੀ ਸਭ ਤੋਂ ਪਹਿਲੀ ਪੋਸਟ ਮੈਂ, ਮੇਰੀ ਗੱਲ ਸੁਣੀ ਹੁਣ, ਉਹ ਗੱਲ ਤੇ ਸੁਣ ਲੈ ਵੱਡਿਆ ਕਾਲਿਆ, ਗੱਲ ਤੇ ਸੁਣ ਲੈ। ਮੇਰੀ ਪਹਿਲੀ ਪੋਸਟ ਜਿਹੜੀ ਪਾਈ ਆਪਦੀ ਆਈਡੀ ਦੇ ਉੱਤੇ, ਮੈਂ ਇਹ ਰੱਜ ਲਿਖ ਕੇ ਪਾਇਆ ਵੀ ਜੇ ਰਣਜੀਤ ਸਿੰਘ ਆਪਣੇ ਬਿਆਨ ਪਗਾਉਂਦਾ ਜਿਹੜੇ ਬਚਨਾਂ 'ਚ ਕੀਤੇ ਆ ਵੀ ਮੈਂ ਵਿਚਾਰ ਕਰਨੀ ਆ ਟੀਵੀ ਦੇ ਉੱਤੇ ਬੈਠ ਕੇ, ਜੇ ਉਹ ਵਿਚਾਰ ਕਰਦਾ ਆ ਤੇ ਅੱਜ ਤੋਂ ਬਾਅਦ ਮੈਂ ਉਹਦਾ ਵਿਰੋਧ ਬੰਦ ਕਰ ਦੇਣਾ। ਇਹ ਪੋਸਟ ਮੇਰੀ ਪਹਿਲੀ, ਸਭ ਤੋਂ ਪਹਿਲੀ ਪੋਸਟ, ਤੂੰ ਇਹ ਪੜ੍ਹੀ? ਨਾਲ ਦਾ ਵਿਚਾਰ ਕਰਨ ਦਾ ਹੱਕਦਾਰ ਨਹੀਂ ਹੈ। ਉੱਤੇ ਤੁਸੀਂ ਕਿਹੜੀ ਅਥਾਰਟੀ ਲੈ ਕੇ ਬੈਠੇ ਹੋ? ਤੁਸੀਂ ਸਭ ਕੁਝ ਦੇ ਹੱਕਦਾਰ ਹੋ, ਤੁਸੀਂ ਜੋ ਮਰਜ਼ੀ ਕਹੀ ਹੋਗੇ, ਅਸੀਂ ਆਹ ਕਹਿਤਾ। ਤੁਸੀਂ ਜੇ ਤੁਹਾਡੇ ਭਰਾ ਮੇਰੇ ਆ, ਤੁਹਾਡੇ ਤਰਕ ਤੇ ਜਾਈਏ, ਤੁਸੀਂ ਤਾਂ ਬੰਦਾ ਬਹਾਦਰ ਨੂੰ ਕਹਿਤਾ ਵੀ ਸ਼ਹੀਦ ਹੁੰਦਾ ਨਹੀਂ ਕਿਸੇ ਨੇ ਦੇਖਿਆ। ਉਹ ਤੂੰ ਸਾਂਭੀ ਆ ਵੀਰੇ, ਕਦੀ ਤੁਹਾਨੂੰ ਥੋੜੀ ਕਿਹਾ ਵੀ ਤੁਸੀਂ ਆਣ ਕੇ ਸਾਂਭੋ, ਤੁਹਾਨੂੰ ਕਦੀ ਕਿਸੇ ਨੇ ਕਿਹਾ ਵੀ ਤੁਸੀਂ ਸਾਂਭੋ ਆਣ ਕੇ? ਤੁਸੀਂ ਜਿਹੜਾ ਕੋ ਸੰਭੀ ਬੈਠੇ, ਤੁਹਾਨੂੰ ਕਦੇ ਤੁਹਾਡੀ ਪੋਸਟ ਤੇ ਆ ਕੇ ਅਸੀਂ ਕਿਹਾ ਵੀ ਇਹ ਕੰਮ? ਤੇ ਮੈਨੂੰ ਦੱਸ ਨਾ ਵੀ ਮੈਂ ਪੋਸਟ ਦੇ ਉੱਤੇ ਗਲਤ ਕਮੈਂਟ ਕਿਹੜਾ ਕੀਤਾ ਸੀ? ਫਿਰ ਕਮੈਂਟ ਲੌਕ ਕਰਕੇ ਰੱਖੋ ਵੀ ਕੋਈ ਕਰ ਹੀ ਨਾ ਸਕੇ, ਓਨਲੀ ਮੀ ਤੇ ਕਰਦੇ ਸਿਲੈਕਟ। ਤੂੰ ਆਇਆ ਹੀ ਕਿਉਂ? ਮੈਂ ਆਇਆ, ਮੈਂ ਜੇ ਤੂੰ ਮੈਨੂੰ ਗਾਂ ਵੀ ਐਡ ਕਰਦਾ ਮੈਂ ਗਾਂ ਵੀ ਆਉਂਗਾ। ਨਾ ਅਸੀਂ ਕਿਤੇ ਜਾਂਦੇ ਆ ਨਾ ਕਿਸੇ ਨੂੰ। ਤੂੰ, ਮੈਂ ਤੈਨੂੰ ਦੱਸਿਆ ਵੀ ਜੇ ਤੂੰ ਮੈਨੂੰ ਐਡ ਕਰਕੇ ਰੱਖਦਾ ਮੈਂ ਗਾਂ ਵੀ ਆਪਣੀ ਗੱਲ ਰੱਖੂੰਗਾ, ਪਰ ਮੈਂ ਕੋਈ ਉੱਥੇ ਗਲਤ ਲੈਂਗੁਏਜ ਯੂਜ਼ ਨਹੀਂ ਕੀਤੀ। ਮੈਂ ਸਿੱਧੀ ਲੈਂਗੁਏਜ ਯੂਜ਼ ਕਰਕੇ ਕਿਹਾ ਵੀ ਭਰਾ ਕਿਦਾਂ ਤੇਰੀ ਲੈਂਗੁਏਜ ਚਾਹੇ ਜਿਹੇ ਜੀ ਮਰਜ਼ੀ ਹੋਵੇ ਯਾਰ, ਤੂੰ ਕਿਉਂ ਆਵੇਂਗਾ ਸਾਡੀ ਪੋਸਟ ਤੇ? ਤੂੰ ਆਪਦੀ ਬਤਾਓ ਤੇ ਲਿਖ ਜਿਹੜਾ ਕੋ ਲਿਖਣਾ। ਮੈਂ ਕਿਉਂ ਨਹੀਂ ਆ ਸਕਦਾ? ਫੇਸਬੁੱਕ ਏਦਾਂ ਕਰਨਾ ਮੇਰਾ ਵੀਰ, ਫੇਸਬੁੱਕ ਨੂੰ ਕਾਲ ਕਰਕੇ ਕਹਿ ਦੇ ਵੀ ਰਾਈਟ ਖਤਮ ਕਰ ਦੋ। ਤੁਸੀਂ ਜੇ ਤੁਹਾਨੂੰ ਫੇਸਬੁੱਕ ਦੀ ਜਿਹੜੀ, ਮੇਰੀ ਗੱਲ ਸੁਣ, ਜੇ ਤੁਹਾਨੂੰ ਫੇਸਬੁੱਕ ਦੀ ਫਰੀडम ਨਹੀਂ ਚੰਗੀ ਲੱਗਦੀ ਤਾਂ ਤੁਸੀਂ ਫੇਸਬੁੱਕ ਨੂੰ ਕਾਲ ਕਰੋ। ਇਹ ਤੇ ਫਿਰ ਤੁਹਾਨੂੰ ਫੇਸਬੁੱਕ ਨੂੰ ਕਾਲ ਕਰਨੀ ਚਾਹੀਦੀ ਆ ਵੀ ਏਦਾਂ ਕੋਈ ਆਣ ਕੇ ਕਿਸੇ ਦੀ ਆਈਡੀ ਤੇ ਕਿਉਂ ਕਮੈਂਟ ਕਰਦਾ। ਗਾਂ ਬੋਲੇਗਾ ਤਾਂ ਮੈਂ ਬਲੌਕ ਕਰ ਦੇਣਾ। ਮੈਂ ਤੈਨੂੰ ਬਲੌਕ ਕਰਤਾ। ਹਾਂ ਮੈਂ ਪਹਿਲਾਂ ਕਿਹਾ ਵੀ ਗੱਲ ਕਰ, ਤੂੰ ਇੰਨੇ ਮਾੜੇ
ਕਮੈਂਟ ਕਰ। ਮੈਂ ਤੈਨੂੰ ਉਹੀ ਪੁੱਛਣ ਡਿਆ ਵੀ ਮੈਂ ਕਿਹੜਾ ਮਾੜਾ ਕਮੈਂਟ ਕੀਤਾ ਸੀ। ਤੂੰ ਸਕਰੀਨਸ਼ਾਟ ਮੇਰੇ ਕੋਲ ਪਏ, ਮੈਂ ਤੈਨੂੰ ਭੇਜ ਦੇਣਾ। ਦੱਸ ਮੈਂ ਕਿਹੜੀ ਮਾੜੀ ਲੈਂਗੁਏਜ ਯੂਜ਼ ਕੀਤੀ ਸੀ। ਮੈਂ ਤਾਂ ਤੇਰੇ ਤੋਂ ਗੁਰਬਾਣੀ ਦੀ ਵਿਚਾਰ ਮੰਗੀ, ਤੇਰੇ ਤੋਂ ਮੈਂ ਗੁਰਬਾਣੀ ਦੀ ਵਿਚਾਰ ਮੰਗੀ। ਉਹਦੇ ਵਿੱਚ ਅੱਛਾ ਤੁਹਾਡੀ ਨਜ਼ਰ ਦੇ ਵਿੱਚ ਗੁਰਬਾਣੀ ਦੀ ਵਿਚਾਰ ਮੰਗਣੀ ਦੱਲਾਪਣਾ। ਹਾਂ ਤੇ ਮੈਂ ਤੈਨੂੰ ਦੱਸਿਆ ਵੀ ਫੀਲਿੰਗ ਲੈਣ ਨੂੰ ਤਾਂ ਕੋਈ ਵੀ ਕਹਿ ਸਕਦਾ। ਗੁਰੂ ਸਾਹਿਬ ਨੇ ਬਿਲਕੁਲ ਕਿਹਾ ਵੀ ਜਿਹੜੀ ਫੀਲਿੰਗ ਇਕੱਲੇ ਇਹ ਕਹੀ ਜਾਣਾ ਵੀ ਮੈਂ ਆਹ ਕਰ ਦੇਣਾ, ਮੈਂ ਆਹ ਕਰ ਦੇਣਾ, ਜਦੋਂ ਕਰੂਗਾ ਉਦੋਂ ਜਾਣਾਂਗੇ। ਗੁਰੂ ਸਾਹਿਬ ਨੇ ਆ ਤਾਂ ਨਹੀਂ ਕਿਹਾ ਵੀ ਤੇ ਗੁਰੂ ਸਾਹਿਬ ਨੇ ਕੀ ਨਹੀਂ ਕਿਹਾ? ਗੁਰੂ ਸਾਹਿਬ ਨੇ ਇਹ ਗੱਲ ਕਹੀ, ਗੁਰੂ ਸਾਹਿਬ ਨੇ ਇਹ ਗੱਲ ਕਹੀ ਹੋਣੀ ਵੀ ਜੇ ਤਾਂ ਤੁਸੀਂ 20 ਮਿੰਟ ਦੀ ਗੁਰਬਾਣੀ ਦੀ ਵਿਚਾਰ ਮੰਗ ਲਓ ਉਹਨੂੰ ਦੱਲਾ ਕਹਿ ਦੋ। ਤੁਹਾਨੂੰ ਇਹ ਸਿਖਾਇਆ ਗੁਰੂ ਸਾਹਿਬ ਨੇ? ਹੁਣ ਤੂੰ ਦੱਲਾਗਿਰੀ ਕਰਦਾ ਤੇ ਦੱਲਾਗਿਰੀ ਫਿਰ ਤੇਰੇ ਘਰ ਤੋਂ ਸ਼ੁਰੂ ਕਰਦਾ ਮੈਂ। ਫਿਰ ਦੱਲਾਗਿਰੀ ਮੈਂ ਤੋਂ ਸ਼ੁਰੂ ਕਰਾਉਣੀ, ਮੈਂ ਤੇਰੇ ਘਰ ਤੋਂ ਕਰੂ। ਦੱਸ ਤੇ ਫਿਰ ਤੂੰ ਜਵਾਬ ਨਹੀਂ ਦੇਣਾ। ਜੇ ਜਵਾਬ ਨਹੀਂ ਦੇਣਾ ਤੇ ਫਿਰ ਤੂੰ ਪੋਸਟ ਨਾ ਲਿਆ ਜਾਂ ਫੇਸਬੁੱਕ ਨਾਲ ਗੱਲ ਕਰ, ਜਿਹੜੇ ਕਮੈਂਟ ਦੀ ਇਜਾਜ਼ਤ ਦਿੰਦੇ ਆ। ਤੂੰ ਮੈਨੂੰ ਐਡ ਕੀਤਾ, ਤੂੰ ਮੈਨੂੰ ਹੱਦ ਤੇਰੀ ਹੋਈ, ਤੂੰ ਮੈਨੂੰ ਐਡ ਕੀਤਾ, ਮੈਂ ਉੱਥੇ ਆਪਣੀ ਗੱਲ ਤੂੰ ਆਪਣੀ ਰੱਖੀ, ਮੈਂ ਆਪਣੀ ਰੱਖੀ। ਨਹੀਂ ਉਹ ਗੱਲ ਰੱਖਣ ਦੀ ਕੋਈ ਸੈਂਸ ਬਣਦੀ? ਹਾਂ ਬਿਲਕੁਲ ਬਣਦੀ ਆ। ਵੀ ਲੈਣ ਨੂੰ ਤਾਂ ਸਵਾਦ ਲੈਣ ਨੂੰ ਤਿੰਨ ਚਾਰ ਜਵਾਬ ਹੋਏ, ਉਹ ਕੋਈ ਗੱਲ? ਮੈਂ ਸਵਾਦ ਦੀ ਗੱਲ ਹੀ ਨਹੀਂ ਕੀਤੀ, ਮੈਂ ਫੀਲਿੰਗ ਦੀ ਗੱਲ ਕੀਤੀ ਆ। ਮੈਂ ਫੀਲਿੰਗ ਦੀ ਗੱਲ ਕੀਤੀ ਆ ਵੀ ਫੀਲਿੰਗਾਂ ਲਈ ਜਾਣੀਆਂ। ਉੱਥੇ ਬੈਠ ਕੇ ਕਹਿਣਾ ਵੀ 20 ਮਿੰਟ ਤੁਹਾਡੇ 40 ਮਿੰਟ ਸਾਡੇ, ਇਹ ਗੱਲ ਫੀਲਿੰਗ ਲੈਣ ਨੂੰ ਬੜੀ ਵਧੀਆ ਲੱਗਣ ਡਈ ਆ। ਪਰ ਆਣ ਕੇ ਬੈਠੇ ਦੱਸ ਮੈਂ ਉਹਨੂੰ ਕਿਹੜੀ, ਮੈਂ ਤੈਨੂੰ ਉਹੀ ਪੁੱਛਿਆ ਵੀ ਗਲਤ ਲੈਂਗੁਏਜ ਦੱਸ ਮੈਨੂੰ, ਮੈਂ ਕਿਹੜੀ ਯੂਜ਼ ਕੀਤੀ ਸੀ ਉਹਦੇ ਲਈ। ਫੀਲਿੰਗਾਂ ਵਾਲੀ ਗਲਤ ਲੈਂਗੁਏਜ? ਫੀਲਿੰਗਾਂ ਦੇ ਵਿੱਚ ਮੈਂ ਇਹ ਲਿਖਿਆ ਸੀ ਉਹ ਖੁਸਰਾ ਉਹਨੂੰ ਕਿਹਾ ਸੀ। ਤੂੰ ਆਪਦੀ ਮੰਮੀ ਨੂੰ ਕਹੇਗਾ, ਆਪਦੀ ਮਾਤਾ ਨੂੰ ਵੀ ਮਾਤਾ ਤੂੰ ਫੀਲਿੰਗਾਂ ਲੈਣੀ ਆ? ਮੈਂ ਮਾਤਾ ਨੂੰ ਕਹੂੰਗਾ, ਮੇਰੀ ਮਾਤਾ ਇਦਾਂ ਕਹਿੰਦੀ ਨਹੀਂ। ਮਾਂ ਤਰਕ ਤੁਸੀਂ ਕਰਦੇ ਤਾਂ ਤੁਹਾਡੀ ਮਾਂ ਨੂੰ ਪੁੱਛੋ ਵੀ ਮਾਂ ਤਰਕ ਤੇਤੇ ਵੀ ਕਰੀਏ ਜਿਹੜਾ ਤਰਕ ਕੌਮ ਤੇ ਹੋ ਰਿਹਾ। ਜੇ ਬੰਦਾ ਬਹਾਦਰ ਤੇ ਤੂੰ ਬੰਦਾ ਬਹਾਦਰ ਤੇ ਤਰਕ ਕਰਨ ਡਿਆ, ਉਹ ਤਰਕ ਤੁਸੀਂ ਘਰ ਤੋਂ ਸ਼ੁਰੂ ਕਰੋ। ਹੱਦ ਹੁੰਦੀ ਆ। ਉਹ ਕਹਿਲ ਪੂਰੀ ਤੁਸੀਂ ਇੱਕ ਸੋਚ ਦੇਣ ਡਿਆ ਕੌਮ ਨੂੰ। ਮੇਰੀ ਗੱਲ ਸੁਣ, ਤੁਸੀਂ ਇੱਕ ਕੌਮ ਨੂੰ ਸੋਚ ਦਿੰਦੇ ਆ ਬਈ ਏਦਾਂ ਦਾ ਕਰਕੇ ਤਰਕ ਦੇ ਵਿੱਚ ਆ, ਤਰਕ 'ਚ ਗੱਲ ਕਰਨੀ ਚਾਹੀਦੀ ਆ, ਤੇ ਤੁਸੀਂ ਤਰਕ ਦੀ ਸੋਚ ਤੁਸੀਂ ਲੈ ਕੇ ਆਏ ਹੋ। ਬਹੁਤ ਵਧੀਆ ਗੱਲ ਕਰੀ, ਮੈਂ ਕੁੜੀ ਨੂੰ ਐਂ ਕਰ ਦੂੰ ਤੇਰੀ। ਦੱਸ ਕਿਹੜੀ ਕੁੜੀ ਨੂੰ ਮੈਂ ਕਿਹਾ? ਤੂੰ ਦੱਸ ਦੇ ਕਿਹੜੀ ਕੁੜੀ। ਏਦਾਂ ਕਰ ਲੈ, ਮੇਰੀ ਗੱਲ ਸੁਣ, ਕਿਹੜੀ ਮੈਂ ਤੇਰੀ ਕੁੜੀ ਨੂੰ ਕਿਹਾ ਮੈਂ ਕਰੂੰਗਾ? ਚੱਲ ਦੱਸ। ਕਿੱਡਾ ਕੰਜਰਾ ਦੱਸ। ਤੂੰ ਦੱਸ ਮੈਂ ਤੇਰੀ ਕੁੜੀ ਨੂੰ ਗੱਲ ਕਿਹੜੀ ਕਹੀ ਆ? ਦੱਸ ਸਹੀ ਮੈਂ ਕਿਹੜੀ ਗਲਤ ਗੱਲ ਕਹੀ ਤੇਰੀ ਕੁੜੀ ਨੂੰ? ਤੂੰ ਕਮੈਂਟਾਂ ਦੀ ਗੱਲ ਕੀਤੀ, ਮੈਂ ਤੈਨੂੰ ਕਿਹਾ ਸਕਰੀਨਸ਼ਾਟ ਮੈਂ ਭੇਜ ਦਿੰਦਾ। ਦੱਸ ਮੈਂ ਕਿਹੜਾ ਕਮੈਂਟ ਗਲਤ ਕੀਤਾ? ਯਾਰ ਹੁਣ ਤਾਂ ਤੇਰੀਆਂ ਇੰਨੀਆਂ ਤੂੰ ਗਾਲਾਂ ਕੱਢੀਆਂ, ਇੰਨੀਆਂ ਤੂੰ ਵੀਰੇ ਨਹੀਂ, ਤੂੰ ਕੱਢੀਆਂ ਕਿ ਨਹੀਂ? ਤੂੰ ਕੱਢੀਆਂ ਕਿ ਨਹੀਂ? ਤੂੰ ਗਾਲਾਂ ਕੱਢੀਆਂ ਕਿ ਨਹੀਂ? ਮੈਂ ਤਾਂ ਭੈਣ ਚੰਗੀ ਤਰ੍ਹਾਂ ਚੋਦੂ ਜਿਹੜਾ ਆ ਕੇ ਬੋਲੂਗਾ। ਤੇ ਫਿਰ ਵੀਰੇ ਫਿਰ ਉਹੀ ਗੱਲ ਆ। ਫਿਰ ਜਦੋਂ ਤੂੰ ਚੋਦਣ ਜਾਏਗਾ ਤਾਂ ਕੋਈ ਤੈਨੂੰ ਢਿੱਲ ਕਰੂ। ਫਿਰ ਤੈਨੂੰ ਕੋਈ ਢਿੱਲ ਕਰੂ? ਤੂੰ ਕਹਿੰਦਾ ਮੈਂ ਤਾਂ ਕੱਢੀਆਂ ਨਹੀਂ। ਤੂੰ ਮੈਂ ਮੁੱਕਰਿਆ ਕਦੋਂ? ਮੈਂ ਤੈਨੂੰ ਪੁੱਛਣਾ ਵੀ ਤੂੰ ਕੱਢੀਆਂ ਪਹਿਲਾਂ ਕਿ ਮੈਂ ਸ਼ੁਰੂ ਕੀਤੀ? ਸ਼ੁਰੂਆਤ ਕਿਹਨੇ ਕੀਤੀ? ਮੈਂ ਮੁੱਕਰਿਆ ਨਹੀਂ, ਮੈਂ ਇੱਕ ਵਾਰੀ ਨਹੀਂ ਮੁੱਕਰਿਆ। ਮੈਂ ਤੈਨੂੰ ਪੁੱਛਿਆ ਵੀ ਸ਼ੁਰੂਆਤ ਕਿਹਨੇ ਕੀਤੀ ਆ? ਮੈਂ ਤੈਨੂੰ ਇਹ ਪੁੱਛਣ ਡਿਆ ਵੀ ਸ਼ੁਰੂਆਤ ਕਿਹਨੇ ਕੀਤੀ ਆ? ਸ਼ੁਰੂਆਤ ਯਾਰ ਫੀਲਿੰਗਾਂ ਲੈਣ ਵਾਲੀ ਗੱਲ ਦੀ ਸ਼ੁਰੂਆਤ। ਫੀਲਿੰਗਾਂ ਲੈਣ 'ਚ ਦੱਸ ਕੀ ਗਲਤ ਗਿਆ? ਵੀ ਫੀਲਿੰਗ ਲੈਣ ਨੂੰ ਤਾਂ ਕੋਈ ਵੀ ਕਹਿ ਸਕਦਾ। ਫਿਰ ਤੂੰ ਆਪਦੀ ਮੰਮੀ ਨੂੰ ਮੈਂ ਤੂੰ ਪੁੱਛਿਆ, ਤੂੰ ਤਰਕ ਆਪਦੀ ਮੰਮੀ ਨੂੰ ਪੁੱਛ ਪਹਿਲੇ ਜਾ ਕੇ। ਤੂੰ ਤਰਕ ਜਿਹੜਾ ਤਰਕ ਲੈ ਕੇ ਆ ਤੂੰ ਤਰਕ ਆਪਦੀ ਮੰਮੀ ਨੂੰ ਪੁੱਛ ਜਾ ਕੇ। ਉਹ ਭਰਾ ਮੇਰਿਆ, ਤੂੰ ਜਿਹੜੀ ਸੋਚ ਕੌਮ ਨੂੰ ਦਿੰਦਾ ਉਹਦੇ ਪਰਿਵਾਰ ਨੂੰ ਕਿਉਂ ਨਹੀਂ ਦਿੰਦਾ? ਆਪਦੇ ਪਰਿਵਾਰ ਨੂੰ ਦੇ, ਆਪਦੇ ਬੱਚਿਆਂ ਨੂੰ ਦੇ। ਉਹ ਤਰਕ ਪਹਿਲਾਂ ਪਰਿਵਾਰ ਦੇ ਵਿੱਚ ਪੂਰਾ ਕਰ ਲਓ। ਉਹ ਯਾਰ ਹੱਦ ਹੁੰਦੀ ਆ ਕਹਿਲ ਪੂਰੀ। ਮੰਜੇ ਦੇ ਥੱਲੇ ਸੋਟਾ ਨਹੀਂ ਫੇਰਨਾ, ਪਹਿਲਾਂ ਆਪਦੀ ਪੀੜੀ ਥੱਲੇ ਸੋਟਾ ਤੇ ਫੇਰੋ। ਜਿਹੜਾ ਤੂੰ ਕਰਦਾ ਨਾ ਤੁਸੀਂ ਕਰੋ। ਦੱਸੋ ਕੀ ਕਰੀਏ? ਮੈਂ ਤਾਂ ਤੇਰੇ ਤਰਕ ਦੀ ਗੱਲ ਕੀਤੀ ਵੀ ਭਾਈ ਤੇਰਾ ਤਰਕ ਜਿਹੜਾ ਤੁਹਾਡੇ ਘਰ ਤੋਂ ਆਪਾਂ ਸ਼ੁਰੂ ਕਰਦੇ ਆ। ਕਿੱਦਾਂ? ਤੈਨੂੰ ਰੋਕਦਾ ਕੌਣ ਆ? ਉਹ ਮੈਂ ਕਦੋਂ ਕਿਹਾ ਵੀ ਰੋਕਿਆ? ਉਹ ਮੈਂ ਤੇ ਵੀਰੇ ਇਸ ਪਾਸੇ ਗੱਲ ਹੀ ਨਹੀਂ ਜਾਣ ਡਿਆ, ਤੂੰ ਫੇਰ ਉਧਰ ਨੂੰ ਭਾਈ ਤੁਰਿਆ। ਤੇ ਉਹ ਆਪਣੀ ਮੰਮੀ ਨੂੰ ਪੁੱਛ ਲੈ ਵੀ ਮੈਂ ਕੀ ਕਰਨ ਆਇਆ ਸੀ। ਉਹਨੂੰ ਪੁੱਛ ਕੇ ਦੇਖ ਲੈ ਵੀ ਮੈਂ ਕੀ ਕਰਨ ਆਇਆ ਸੀ। ਉਹ ਜਾਣਦੀ ਹੋਊਗੀ, ਉਹ ਜਾਣਦੀ ਹੋਊਗੀ, ਉਹਨੂੰ ਪੁੱਛ ਲੈ। ਤੂੰ ਤਰਕ ਦੀ ਗੱਲ ਕੀਤੀ ਸੀ। ਉਹ ਤੂੰ ਗੱਲ ਸੁਣ। ਹੁਣ ਤੂੰ ਫੇਰ ਆਪਣੀ ਘਰ ਵਾਲੀ ਲੈਂਗੁਏਜ ਤੇ ਆਈ ਜਾਣਾ ਹੌਲੀ ਹੌਲੀ, ਫੇਰ ਪਰਿਵਾਰ ਵਾਲੀ ਲੈਂਗੁਏਜ ਤੇ ਆਈ ਜਾਣਾ ਹੌਲੀ ਹੌਲੀ। ਤੂੰ ਮੈਨੂੰ ਜੋ ਮਰਜ਼ੀ ਮੰਨ ਲੈ, ਭਾਵੇਂ ਬਾਪੂ ਮੰਨ ਲੈ। ਤੂੰ ਦੱਸ ਸਹੀ। ਉਹ ਵੀਰੇ ਮੇਰਿਆ ਸਭ ਕੁਝ ਤਾਂ ਹੀ ਤਾਂ ਕਹਿ ਰਿਹਾ, ਉਹ ਤੂੰ ਕਿੱਥੇ ਤੱਕ ਭੱਜਾ? ਤੂੰ ਏਡੀ ਦੂਰ ਤੋਂ ਭੱਜਾ ਫਿਰਦਾ। ਤੂੰ ਇਹ ਤਾਂ ਹਜੇ ਤੱਕ ਸਾਬਤ ਨਹੀਂ ਤੇਰੇ ਕੋਲ ਕਰ ਹੋਇਆ ਵੀ ਮੈਂ ਕਿਹੜੀ ਗਲਤ ਗੱਲ ਕਹੀ ਸੀ।
ਉਹ ਤੇ ਤੇਰੇ ਕੋਲ ਗੁਰਪਿਆਰਿਓ, ਸਿਆਣਿਆਂ ਨੇ ਕਿਹਾ ਹੈ ਕਿ ਸਿੱਖ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ। ਤੇ ਅੱਜ ਕਿਤੇ ਨਾ ਕਿਤੇ ਕੌਮ ਵਿੱਚ ਪਾੜ ਪਾ ਕੇ ਉਸ ਹਾਲਾਤਾਂ ਤੇ ਕੌਮ ਨੂੰ ਲਿਆ ਕੇ ਇਹਨਾਂ ਸਰਕਾਰਾਂ ਨੇ ਖੜਾ ਕਰ ਦਿੱਤਾ ਹੈ ਜਿੱਥੇ ਸਿੱਖ ਦਾ ਦੁਸ਼ਮਣ ਬਣਿਆ ਹੋਇਆ ਹੈ। ਅਸੀਂ ਆਪਣੇ ਹੀ ਭਰਾਵਾਂ ਨੂੰ ਉੱਚਾ ਨੀਵਾਂ ਬੋਲਦੇ ਹਾਂ, ਇੱਕ ਦੂਜੇ ਦੇ ਨਿਸ਼ਾਨੇ ਤੇ ਅਸੀਂ ਆਪ ਹੀ ਇੱਕ ਦੂਜੇ ਨੂੰ ਰੱਖੇ ਹੋਏ ਹਾਂ, ਜਿਸ ਵੱਲ ਸਾਨੂੰ ਧਿਆਨ ਦੇਣਾ ਬਣਦਾ ਹੈ। ਕਿਉਂਕਿ ਮੇਰੇ ਕਲਗੀਧਰ ਨੇ ਤਾਂ ਹੁਕਮ ਦਿੱਤਾ ਸੀ, ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਜੋ ਸ਼ਬਦ ਬਹੁਤਾਤ ਪ੍ਰਚਾਰਕ ਅੱਜ ਭੁੱਲ ਚੁੱਕੇ ਨੇ, ਖਾਸ ਕਰਕੇ ਉਹ ਪ੍ਰਚਾਰਕ ਜਿਹੜੇ ਆਪਣੀ ਲਗਾਤਾਰ ਮਨਮਤ ਪ੍ਰਚਾਰ ਪ੍ਰਸਾਰ ਰਹੇ ਨੇ ਤੇ ਕੌਮ ਨੂੰ ਗੁਰਾਹੇ ਪਾ ਰਹੇ ਨੇ। ਇਸ ਲਈ ਹੁਣ ਸਿੱਖ ਸੰਗਤ ਨੂੰ ਆਪ ਸੁਚੇਤ ਹੋਣ ਦੀ ਲੋੜ ਹੈ ਕਿ ਅਸੀਂ ਕਿਹਨਾਂ ਦੇ ਦੀਵਾਨਾਂ ਵਿੱਚ ਜਾਣਾ ਹੈ, ਕਿਹਨਾਂ ਨੂੰ ਦੀਵਾਨਾਂ ਵਾਸਤੇ ਬੁਲਾਣਾ ਹੈ ਜਾਂ ਕਿਹਨਾਂ ਦੀ ਸੰਗਤ ਕਰਨੀ ਹੈ ਤੇ ਕਿੱਦਾਂ ਸਿੱਖ ਕੌਮ ਬਚਾਣੀ ਹੈ। ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।